ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਵਿੱਚ। ਸਨੇਹਾ ਬੈਠੀ ਸੋਚ ਰਹੀ ਸੀ ਕਿ ਮਾਂ ਮੈਨੂੰ ਅਜਿਹਾ ਕੰਮ ਕਰਨ ਲਈ ਕਿਉਂ ਕਹਿ ਰਹੀ ਹੈ। ਨਾ ਰਵੀ ਭਰਾ ਨੇ ਮਾਂ ਨੂੰ ਟੋਕਿਆ ਸੀ। ਇੱਕ ਮਾਂ ਕਿਵੇਂ ਕਹਿ ਸਕਦੀ ਹੈ ਕਿ ਤੈਨੂੰ ਜਿਸਮ ਦਾ ਧੰਦਾ ਕਰਨਾ ਪੈਣਾ, ਮੇਰੀ ਇੱਜ਼ਤ ਕਿਉਂ ਵੇਚਣਾ ਚਾਹੁੰਦੇ ਹਨ। ਪਹਿਲਾਂ ਸਾਰੀ ਉਮਰ ਮੈਨੂੰ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਗਿਆ, ਨਾ ਕਿਸੇ ਆਂਢ ਗੁਆਂਢ ਨਾਲ ਗੱਲ ਕਰਨ ਦਿੰਦੇ ਨੇ। ਜੇਕਰ ਕੋਈ ਬੱਚਾ ਵੀ ਮੇਰੇ ਨਾਲ ਗੱਲ ਕਰਦਾ ਸੀ ਤਾਂ ਮੈਨੂੰ ਮਾਰਿਆ ਕੁੱਟਿਆ ਜਾਂਦਾ ਰਿਹਾ, ਪਰ ਹੁਣ ਮੈਨੂੰ ਅਜਿਹਾ ਕੰਮ ਕਰਨ ਨੂੰ ਕਹਿ ਰਹੇ ਹਨ ਜਿਸ ਨਾਲ ਮੇਰਾ ਸਰੀਰਕ ਸ਼ੋਸ਼ਣ ਕਰਕੇ ਨੋਚਿਆ ਜਾਵੇਗਾ। ਮੈਨੂੰ ਕਈ ਵਾਰ ਤਾਂ ਲੱਗਦਾ ਇਹ ਮੇਰਾ ਪਰਿਵਾਰ ਨਹੀਂ ਹੈ, ਇਹ ਤਾਂ ਭਾਬੀ ਨੂੰ ਵੀ ਪਤਾ ਨਹੀਂ ਰੋਜ਼ ਕਿੱਥੇ ਲੈ ਕੇ ਜਾਂਦੇ ਹਨ ਤੇ ਨਾ ਮੇਰੇ ਨਾਲ ਗੱਲ ਕਰਨ ਦਿੰਦੇ ਹਨ। ਪਤਾ ਨਹੀਂ ਕਿਹੜੀ ਗੱਲ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਦਿਨ ਸਨੇਹਾ ਨੂੰ ਮੌਕਾ ਮਿਲ ਗਿਆ ਆਪਣੀ ਭਾਬੀ ਰੋਜੀ ਨਾਲ ਗੱਲਬਾਤ ਕਰਨ ਦਾ, ਕਿਉਂਕਿ ਉਸ ਦਿਨ ਮਾਂ ਤਾਰੋ ਬਾਹਰ ਗਈ ਹੋਈ ਸੀ ਤੇ ਰਵੀ ਆਪਣੇ ਕਿਸੇ ਦੋਸਤ ਨੂੰ ਮਿਲਣ ਚਲਾ ਗਿਆ ਸੀ। ਉਹ ਦਰਵਾਜ਼ੇ ਨੂੰ ਬਾਹਰੋਂ ਬੰਦ ਕਰ ਗਿਆ ਸੀ। ਸਨੇਹਾ ਤੇ ਉਸਦੀ ਭਾਬੀ ਰੋਜੀ ਦੋਵੇਂ ਘਰ ਵਿੱਚ ਇਕੱਲੀਆਂ ਸਨ। ਇਹ ਸਭ ਸਨੇਹਾ ਦੀ ਉਮਰ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਉਹ ਦੋਵੇਂ ਘਰ ਵਿੱਚ ਇਕੱਲੀਆਂ ਰਹੀਆਂ ਹੋਣ। ਸਨੇਹਾ ਨੇ ਆਪਣੀ ਭਾਬੀ ਨੂੰ ਜਦੋਂ ਪੁੱਛਿਆ ਕਿ ਮਾਂ ਤੇ ਭਰਾ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਹਨ, ਉਹ ਮੇਰੀ ਇੱਜ਼ਤ ਕਿਉਂ ਵੇਚ ਰਹੇ ਹਨ, ਤਾਂ ਰੋਜੀ ਨੇ ਆਖਿਆ, ਕਿਹੜੀ ਮਾਂ, ਕਿਹੜਾ ਭਰਾ ਤੇ ਕੌਣ ਭਾਬੀ। ਇਹ ਸੁਣ ਕੇ ਸਨੇਹਾ ਹੈਰਾਨ ਹੋ ਕੇ ਬੋਲੀ, ਭਾਬੀ ਤੁਸੀਂ ਕੀ ਕਹਿ ਰਹੇ ਹੋ, ਮੈਨੂੰ ਕੁਝ ਸਮਝ ਨਹੀਂ ਆ ਰਹੀ ਹੈ। ਤਾਂ ਰੋਜੀ ਨੇ ਕਿਹਾ, ਇਹ ਦਲਾਲ ਨੇ 13 ਸਾਲ ਪਹਿਲਾਂ ਤੈਨੂੰ ਖਰੀਦ ਕੇ ਲਿਆਏ ਤੇ ਉਸ ਟਾਈਮ ਮੇਰੀ ਉਮਰ ਸਿਰਫ 15 ਸਾਲ ਦੀ ਸੀ। ਉਦੋਂ ਤੋਂ ਮੇਰਾ ਸ਼ੋਸ਼ਣ ਕਰਾ ਕੇ ਪੈਸੇ ਕਮਾ ਰਹੇ ਹਨ। ਤੇ ਬਾਕੀ ਰਹੀ ਗੱਲ ਸਨੇਹਾ ਤੇਰੀ, ਤੂੰ ਇਹਨਾਂ ਦੀ ਧੀ ਨਹੀਂ ਹੈ। ਪਤਾ ਨਹੀਂ ਕਿਹੜੀ ਮਾਂ ਨੇ ਤੈਨੂੰ ਜਨਮ ਦੇ ਕੇ ਕਰਮਾਂ ਨਾਲ ਲੜਨ ਲਈ ਸੁੱਟ ਦਿੱਤਾ ਸੀ ਤੇ ਤੂੰ ਇਹਨਾਂ ਸ਼ੈਤਾਨਾਂ ਦੇ ਹੱਥਾਂ ਵਿੱਚ ਆ ਗਈ, ਕਿਉਂਕਿ ਇਹਨਾਂ ਤੈਨੂੰ ਧੀ ਬਣਾ ਕੇ ਗੋਦ ਲਿਆ ਸੀ। ਜਦੋਂ ਤੂੰ ਛੋਟੀ ਹੁੰਦੀ ਸੀ ਉਦੋਂ ਤੱਕ ਮੈਂ ਤੇਰੀ ਸੰਭਾਲ ਕਰਦੀ ਰਹੀ, ਪਰ ਫਿਰ ਜਦੋਂ ਤੈਨੂੰ ਸਮਝ ਆਉਣ ਲੱਗੀ ਤਾਂ ਮੇਰੇ ਤੋਂ ਵੱਖ ਕਰ ਦਿੱਤਾ ਗਿਆ। ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਤੈਨੂੰ ਇਸ ਦਲਦਲ ਵਿੱਚੋਂ ਕੱਢਣ ਲਈ, ਕਿਉਂਕਿ ਮੈਂ ਕਈ ਵਾਰ ਇਹਨਾਂ ਦੇ ਮੂੰਹੋਂ ਸੁਣਿਆ ਸੀ ਇਹ ਕਹਿੰਦਿਆਂ ਕਿ ਸਨੇਹਾ ਸਾਡੀ ਲਾਟਰੀ ਹੈ, ਜਿਸ ਦਿਨ ਨਿਕਲੇਗੀ ਉਸ ਦਿਨ ਮਾਲਾ ਮਾਲ ਕਰ ਦੇਵੇਗੀ। ਇੱਕ ਵਾਰ ਮੈਂ ਤੈਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਫੜੀ ਗਈ ਸੀ। ਰਵੀ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਤੇ ਕਈ ਵਿਅਕਤੀਆਂ ਤੋਂ ਲਗਾਤਾਰ ਮੇਰਾ ਸ਼ੋਸ਼ਣ ਕਰਵਾਇਆ ਸੀ। ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਉਸ ਤੋਂ ਬਾਅਦ ਮੈਂ ਦੁਬਾਰਾ ਕਦੇ ਭੱਜਣ ਦਾ ਕਦਮ ਨਹੀਂ ਚੁੱਕਿਆ ਸੀ। ਇਸ ਲਈ ਨਾ ਤਾਂ ਤੈਨੂੰ ਇਕੱਲੀ ਨੂੰ ਬਾਹਰ ਜਾਣ ਦਿੰਦੇ ਹਨ ਤੇ ਨਾ ਹੀ ਮੈਨੂੰ ਇਕੱਲੀ ਨੂੰ ਜਾਣ ਦਿੰਦੇ ਹਨ। ਸਨੇਹਾ ਨੇ ਕਿਹਾ, ਭਾਬੀ ਤੁਸੀਂ ਮੈਨੂੰ ਪਹਿਲਾਂ ਇਹ ਸਭ ਕੁਝ ਕਿਉਂ ਨਹੀਂ ਦੱਸਿਆ। ਰੋਜੀ ਬੋਲੀ, ਸਨੇਹਾ ਹਰ ਵਕਤ ਮੇਰਾ ਧਿਆਨ ਰੱਖਦੇ ਹਨ। ਇਹ ਤਾਂ ਹੁਣ ਮੇਰੇ ਤੇ ਥੋੜਾ ਯਕੀਨ ਹੋ ਗਿਆ, ਇਸ ਲਈ ਘਰ ਵਿੱਚ ਇਕੱਲੀ ਛੱਡ ਗਏ ਹਨ। ਪਰ ਤੂੰ ਕਿਸੇ ਨੂੰ ਕੁਝ ਪਤਾ ਨਾ ਲੱਗਣ ਦੇਵੀਂ ਕਿ ਰੋਜੀ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ, ਨਹੀਂ ਤਾਂ ਮੈਨੂੰ ਮਾਰ ਦੇਣਗੇ। ਸਨੇਹਾ ਡਰੀ ਹੋਈ ਆਵਾਜ਼ ਵਿੱਚ ਬੋਲੀ, ਕੀ ਭਾਬੀ ਹੁਣ ਸਾਰੀ ਉਮਰ ਮੈਨੂੰ ਇਹ ਕੰਮ ਕਰਨਾ ਪਵੇਗਾ ਕਿ ਹਰ ਰੋਜ਼ ਮੈਨੂੰ ਵੀ ਨੋਚਿਆ ਜਾਵੇਗਾ। ਮੈਂ ਇਹ ਗੰਦਾ ਕੰਮ ਨਹੀਂ ਕਰਾਂਗੀ, ਚਾਹੇ ਮੇਰੀ ਜਾਨ ਕਿਉਂ ਨਾ ਚਲੀ ਜਾਵੇ। ਇਹ ਕਹਿ ਕੇ ਸਨੇਹਾ ਰੋਂਦੀ ਰੋਂਦੀ ਰੋਜੀ ਦੇ ਗਲ ਲੱਗ ਗਈ। ਕੁਝ ਦੇਰ ਬਾਅਦ ਦਰਵਾਜ਼ੇ ਦੇ ਖੁੱਲ੍ਹਣ ਦੀ ਆਵਾਜ਼ ਆਈ ਤਾਂ ਸਨੇਹਾ ਦੌੜ ਕੇ ਆਪਣੇ ਕਮਰੇ ਵਿੱਚ ਚਲੀ ਗਈ। ਰਵੀ ਵਾਪਸ ਆ ਗਿਆ ਸੀ। ਰਵੀ ਦੇ ਨਾਲ ਇੱਕ ਹੋਰ ਮੁੰਡਾ ਵੀ ਆਇਆ ਸੀ ਜੋ ਉਮਰ ਵਿੱਚ ਲਗਭਗ 25 ਸਾਲ ਦਾ ਲੱਗਦਾ ਸੀ। ਉਸ ਦਾ ਨਾਂ ਵਿੱਕੀ ਸੀ। ਉਹ ਸਰੀਰ ਵਿੱਚ ਤਕੜਾ ਤੇ ਉੱਚੇ ਲੰਮੇ ਕੱਦ ਦਾ ਸੀ। ਵੇਖਣ ਵਿੱਚ ਵੀ ਵਿੱਕੀ ਰਹੀਸ ਤੇ ਖੂਬਸੂਰਤ ਲੱਗ ਰਿਹਾ ਸੀ। ਰਵੀ ਨੇ ਰੋਜੀ ਨੂੰ ਆਵਾਜ਼ ਮਾਰੀ ਤਾਂ ਰੋਜੀ ਕਮਰੇ ਵਿੱਚੋਂ ਬਾਹਰ ਆ ਗਈ। ਰਵੀ ਨੇ ਵਿੱਕੀ ਨੂੰ ਕਿਹਾ, ਇਹ ਮਸਤ ਚੀਜ਼ ਦੇ 5000 ਇੱਕ ਰਾਤ ਤੇ ਲੱਗਣਗੇ। ਵਿੱਕੀ ਨੇ ਰੋਜੀ ਵੱਲ ਧਿਆਨ ਨਾਲ ਵੇਖਿਆ। ਰੋਜੀ ਦਾ ਗੋਰਾ ਰੰਗ ਤੇ ਉਭਰੀ ਹੋਈ ਛਾਤੀ ਕਿਸੇ ਲਈ ਵੀ ਖਿੱਚ ਦਾ ਕਾਰਨ ਬਣ ਜਾਵੇ, ਪਰ ਵਿੱਕੀ ਨੇ ਕੁਝ ਨਹੀਂ ਕਿਹਾ। ਉਹ ਜਾਣ ਲੱਗਾ ਤਾਂ ਰਵੀ ਨੇ ਵਿੱਕੀ ਨੂੰ ਰੋਕਦੇ ਹੋਏ ਕਿਹਾ, ਨਾਰਾਜ਼ ਕਿਉਂ ਹੋ ਰਿਹਾ ਹੈ? ਇੱਕ ਹੋਰ ਕੁੜੀ ਅੰਦਰ ਕਮਰੇ ਵਿੱਚ ਹੈ, ਉਸ ਦਾ ਨਾਲੇ ਪਹਿਲੀ ਵਾਰ ਹੈ। ਕਮਰੇ ਵਿੱਚ ਜਾ ਕੇ ਰਵੀ ਨੇ ਸਨੇਹਾ ਵੱਲ ਹੱਥ ਕਰਦੇ ਹੋਏ ਕਿਹਾ, ਵਿੱਕੀ ਇਹ ਪੇਟੀ ਪੈਕ ਮਾਲ ਹੈ, ਜੇ ਇਸ ਦਾ ਮਜ਼ਾ ਚੱਖਣਾ ਹੈ ਤਾਂ 50,000 ਲੱਗੇਗਾ। ਵਿੱਕੀ ਨੇ ਸਨੇਹਾ ਵੱਲ ਵੇਖਿਆ ਤੇ ਉਸ ਦੀ ਚੜ੍ਹਦੀ ਜਵਾਨੀ ਨੂੰ ਵੇਖ ਕੇ ਮਦਹੋਸ਼ ਹੋ ਗਿਆ। ਸਨੇਹਾ ਦਾ ਇੱਕ ਇੱਕ ਅੰਗ ਉਸ ਦੀ ਜਾਨ ਕੱਢ ਰਿਹਾ ਸੀ। ਗੋਰਾ ਰੰਗ, ਸਿਲਕੀ ਵਾਲ ਤੇ ਪਤਲਾ ਲੱਕ, ਜਿਵੇਂ ਕੋਈ ਅਪਸਰਾ ਹੋਵੇ। ਵਿੱਕੀ ਨੇ ਰਵੀ ਨੂੰ ਅੰਗੂਠਾ ਦਿਖਾ ਕੇ ਕਿਹਾ, ਡੀਲ ਪੱਕੀ, ਅੱਜ ਰਾਤ ਸਨੇਹਾ ਮੇਰੀ ਹੋਈ, ਤੇ ਜੇਬ ਵਿੱਚੋਂ ਪੈਸੇ ਕੱਢ ਕੇ ਰਵੀ ਦੇ ਹੱਥਾਂ ਵਿੱਚ ਫੜਾ ਦਿੱਤੇ। ਸਨੇਹਾ ਇਹ ਵੇਖ ਕੇ ਸੁੰਨ ਹੋ ਗਈ ਤੇ ਮਨ ਹੀ ਮਨ ਸੋਚਣ ਲੱਗੀ ਕਿ ਇੱਕ ਔਰਤ ਦੀ ਇੱਜ਼ਤ ਦਾ ਇਹ ਮੁੱਲ ਹੁੰਦਾ ਹੈ ਕਿ ਉਸ ਦੀ ਇੱਜ਼ਤ ਪੈਸੇ ਦੇ ਕੇ ਲੁੱਟੀ ਜਾਵੇ।
ਉਹ ਵੀ ਉਹਨਾਂ ਦੇ ਸਾਹਮਣੇ ਜਿਨ੍ਹਾਂ ਨੂੰ ਉਹ ਆਪਣਾ ਪਰਿਵਾਰ ਸਮਝਦੀ ਸੀ। ਰੋਜੀ ਵੀ ਦੂਰ ਖੜੀ ਇਹ ਸਭ ਵੇਖ ਰਹੀ ਸੀ ਤੇ ਮਨ ਅੰਦਰ ਸੋਚ ਰਹੀ ਸੀ ਕਿ ਕਾਸ਼ ਮੈਂ ਸਨੇਹਾ ਲਈ ਕੁਝ ਕਰ ਸਕਦੀ, ਜਿਸ ਨਾਲ ਉਸਨੂੰ ਹਰ ਰੋਜ਼ ਦੀ ਇਹ ਪੀੜਾ ਨਾ ਸਹਿਣੀ ਪਵੇ ਜਿਹੜੀ ਮੈਂ ਲੰਮੇ ਸਮੇਂ ਤੋਂ ਸਹਿ ਰਹੀ ਹਾਂ। ਇੱਕ ਵਾਰ ਸਨੇਹਾ ਇਸ ਦਲਦਲ ਵਿੱਚ ਫਸ ਗਈ ਤਾਂ ਫਿਰ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਸ਼ਾਮ ਹੋ ਚੁੱਕੀ ਸੀ। ਫਿਰ ਦਰਵਾਜ਼ੇ ਦੀ ਘੰਟੀ ਵੱਜਦੀ, ਜਿਸ ਨੂੰ ਸੁਣ ਕੇ ਸੁਨੇਹਾ ਸਹਿਮ ਜਾਂਦੀ ਹੈ। ਜਦੋਂ ਰਵੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰਵੀ ਦੀ ਮਾਂ ਤਾਰੋ ਸੀ। ਜਦੋਂ ਤਾਰੋ ਅੰਦਰ ਆਈ ਤਾਂ ਸੁਨੇਹਾ ਨੇ ਉਸਦੇ ਪੈਰ ਫੜ ਲਏ ਤੇ ਕਿਹਾ, ਮਾਂ ਮੈਂ ਇਹ ਕੰਮ ਨਹੀਂ ਕਰਾਂਗੀ, ਮੇਰੇ ਤੇ ਜ਼ੁਲਮ ਨਾ ਕਰੋ। ਰਵੀ ਨੇ ਬਾਂਹ ਤੋਂ ਫੜ ਕੇ ਉੱਚੀ ਆਵਾਜ਼ ਵਿੱਚ ਕਿਹਾ, ਕਰਨਾ ਤਾਂ ਪਵੇਗਾ, ਭਲਾ ਖੁਸ਼ੀ ਨਾਲ ਕਰ ਜਾਂ ਰੋ ਕੇ ਕਰ। ਹੁਣ ਤਾਂ ਸੌਦਾ ਪੱਕਾ ਹੋ ਗਿਆ ਹੈ ਤੇ ਪੈਸੇ ਵੀ ਐਡਵਾਂਸ ਮਿਲੇ ਹਨ। ਤਾਰੋ ਨੂੰ ਪੈਸੇ ਦਿੰਦੇ ਹੋਏ, ਮਾਂ ਪੂਰਾ 50,000 ਹੈ, ਉਹ ਵੀ ਇੱਕ ਰਾਤ ਦਾ। ਬਹੁਤ ਅਮੀਰ ਗਾਹਕ ਮਿਲਿਆ ਹੈ, ਜੇ ਖੁਸ਼ ਹੋ ਗਿਆ ਤਾਂ ਰੋਜ਼ ਆਵੇਗਾ। ਸੇਠ ਨੇ ਮਿਲਾਇਆ ਸੀ। ਸੇਠ ਰਾਮ ਲਾਲ, ਜੋ ਅਕਸਰ ਹੀ ਆਪਣੇ ਸਰੀਰ ਦੀ ਅੱਗ ਬੁਝਾਉਣ ਲਈ ਰੋਜੀ ਕੋਲ ਆਉਂਦਾ ਰਹਿੰਦਾ ਸੀ। ਜਦੋਂ ਰੋਜੀ ਨੇ ਸੇਠ ਦਾ ਨਾਂ ਸੁਣਿਆ ਤਾਂ ਉਹ ਸਹਿਮ ਗਈ ਕਿ ਕਿਵੇਂ ਉਹ ਸਬੰਧ ਬਣਾਉਂਦੇ ਵਕਤ ਉਸ ਨੂੰ ਤੰਗ ਕਰਦਾ ਹੈ ਤੇ ਉਸ ਦੀ ਛਾਤੀ ਨੂੰ ਦੰਦਾਂ ਨਾਲ ਕੱਟਦਾ ਹੈ। ਰੋਜੀ ਦਰਦ ਨਾਲ ਤੜਫਦੀ ਰਹਿੰਦੀ, ਪਰ ਸੇਠ ਰਾਮ ਲਾਲ ਉਸ ਤੇ ਜਰਾ ਵੀ ਤਰਸ ਨਹੀਂ ਕਰਦਾ ਸੀ। ਰੋਜੀ ਨੇ ਸੋਚਿਆ, ਜੇਕਰ ਵਿੱਕੀ ਵੀ ਸੇਠ ਵਰਗਾ ਨਿਕਲਿਆ ਤਾਂ ਸਨੇਹਾ ਦਾ ਕੀ ਬਣੇਗਾ। ਇਸ ਮਾਸੂਮ ਨੇ ਤਾਂ ਹਜੇ ਦੁਨੀਆ ਦੇ ਰੰਗਾਂ ਨੂੰ ਵੇਖਿਆ ਤੱਕ ਨਹੀਂ ਹੈ। ਜਦੋਂ ਰਾਤ ਹੋ ਗਈ ਪਰ ਉਸ ਰਾਤ ਵਿੱਕੀ ਨਾ ਆਇਆ, ਪਰ ਦਰਵਾਜ਼ੇ ਤੇ ਦਸਤਕ ਹੁੰਦੀ ਸੇਠ ਰਾਮ ਲਾਲ ਦੀ ਉਸ ਨੂੰ ਵੇਖ ਕੇ ਰੋਜੀ ਘਬਰਾ ਗਈ। ਉਹ ਸੋਚਣ ਲੱਗੀ, ਅੱਜ ਫਿਰ ਕਿੱਥੋਂ ਆ ਗਿਆ, ਕੁੱਤਾ ਹੁਣ ਨੋਚ ਕੇ ਖਾਵੇਗਾ। ਇਹ ਤਾਂ ਸਬੰਧ ਇਸ ਤਰ੍ਹਾਂ ਬਣਾਉਂਦਾ ਹੈ ਜਿਵੇਂ ਕੋਈ ਔਰਤ ਨਹੀਂ ਮਸ਼ੀਨ ਹੋਵੇ। ਉਦੋਂ ਹੀ ਤਾਰੋ ਕੋਲ ਆ ਕੇ ਬੋਲੀ, ਕਿਉਂ ਸੇਠ ਸਾਹਿਬ, ਬੜੇ ਦਿਨਾਂ ਬਾਅਦ ਗੇੜਾ ਮਾਰਿਆ ਹੈ, ਕੋਈ ਨਵੀਂ ਚਿੜੀ ਲੱਭ ਲਈ ਜਾਂ ਫਿਰ ਰੋਜੀ ਤੋਂ ਮਨ ਭਰ ਗਿਆ ਹੈ। ਜੇ ਕਹੋ ਤਾਂ ਕੋਈ ਨਵਾਂ ਪੁਰਜਾ ਲੈ ਆਵਾਂ ਤੁਹਾਡੇ ਲਈ। ਸੇਠ ਰਾਮ ਲਾਲ ਬੋਲਿਆ, ਨਹੀਂ ਤਾਰੋ, ਕੰਮ ਵਿੱਚ ਫਸਿਆ ਹੋਇਆ ਸੀ, ਹੁਣ ਵੇਲ ਮਿਲੀ ਆ ਗਿਆ ਹਾਂ। ਨਾਲੇ ਮੈਂ ਸੁਣਿਆ ਤੁਸੀਂ ਸਨੇਹਾ ਨੂੰ ਧੰਦੇ ਵਿੱਚ ਉਤਾਰ ਰਹੇ ਹੋ, ਮੈਨੂੰ ਵੀ ਮਜ਼ਾ ਦਿਵਾ ਦਿਓ ਪੇਟੀ ਪੈਕ ਮਾਲ ਦਾ। ਕਦੋਂ ਤੱਕ ਮੈਂ ਪੁਰਾਣੇ ਨਾਲ ਕੰਮ ਚਲਾਵਾਂਗਾ। ਕੋਲ ਖੜਾ ਰਵੀ ਬੋਲਿਆ, ਤੁਸੀਂ ਪੈਸੇ ਦੇਣ ਲੱਗਿਆ ਨਖਰੇ ਕਰਦੇ ਹੋ ਸੇਠ ਜੀ, ਤੇ ਮਜ਼ਾ ਕੱਚੀ ਦਾ ਭਾਲਦੇ ਹੋ। ਜਿੰਨਾ ਸਵਾਦ ਲੈਣਾ ਹੁੰਦਾ ਉਹ ਨਖਰੇ ਨਹੀਂ ਕਰਦੇ। ਉਹ ਜਿਹੜੇ ਤੁਸੀਂ ਵਿੱਕੀ ਨੂੰ ਭੇਜਿਆ ਸੀ, ਉਸਨੇ ਪੂਰੇ 50,000 ਦਿੱਤੇ ਸੁਨੇਹਾ ਵਾਸਤੇ, ਹੁਣ ਸੀ ਉਹੀ ਤੋੜੇਗਾ। ਇਹ ਕਹਿ ਕੇ ਰਵੀ ਨੇ ਰੋਜੀ ਨੂੰ ਤਿਆਰ ਹੋ ਕੇ ਆਉਣ ਲਈ ਕਿਹਾ ਤੇ ਆਪ ਅੰਦਰ ਚਲਾ ਗਿਆ। ਰੋਜੀ ਭਰੇ ਮਨ ਨਾਲ ਤਿਆਰ ਹੋ ਕੇ ਸੇਠ ਦੇ ਨਾਲ ਬਾਹਰ ਬਣੇ ਕਮਰੇ ਵਿੱਚ ਚਲੀ ਗਈ। ਸੇਠ ਕਮਰੇ ਵਿੱਚ ਦਾਖਲ ਹੁੰਦੇ ਸਾਰ ਰੋਜੀ ਤੇ ਇਸ ਤਰ੍ਹਾਂ ਟੁੱਟਿਆ ਜਿਵੇਂ ਭੁੱਖਾ ਬਘਿਆੜ ਆਪਣੇ ਸ਼ਿਕਾਰ ਨੂੰ ਪੈਂਦਾ ਹੈ। ਨਸ਼ੇ ਨਾਲ ਟੱਲੀ ਹੋ ਕੇ ਸੇਠ ਨੇ 2 ਘੰਟਿਆਂ ਵਿੱਚ ਰੋਜੀ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਅੱਖਾਂ ਵਿੱਚ ਹੰਝੂ ਲਈ ਰੋਜੀ ਉਸ ਦੇ ਤਸੀਹੇ ਸਹਿਣ ਕਰ ਰਹੀ ਸੀ ਤੇ ਨਾਲੇ ਸੋਚ ਰਹੀ ਸੀ ਕਿ ਜੇਕਰ ਸੁਨੇਹਾ ਸੇਠ ਦੇ ਹੱਥ ਚੜ੍ਹ ਗਈ ਤਾਂ ਉਸ ਦਾ ਕੀ ਬਣੇਗਾ। ਸੇਠ ਨੇ ਉਸ ਦੀ ਮਾਸੂਮੀਅਤ ਤੇ ਵੀ ਤਰਸ ਨਹੀਂ ਕਰਨਾ ਹੈ, ਕਿਉਂਕਿ ਉਸ ਨੂੰ ਸਬੰਧ ਬਣਾਉਣ ਨਾਲੋਂ ਦਰਦ ਦੇ ਕੇ ਜ਼ਿਆਦਾ ਸਕੂਨ ਮਿਲਦਾ ਹੈ। ਸਾਰੀ ਰਾਤ ਦੀ ਲੁੱਟੀ ਰੋਜੀ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਈ ਤੇ ਆਪਣੀ ਕਿਸਮਤ ਨੂੰ ਕੋਸਣ ਲੱਗ ਪਈ। ਸਾਰਾ ਦਿਨ ਲੰਘ ਗਿਆ ਸੀ। ਜਦੋਂ ਸ਼ਾਮ ਹੋਈ ਤਾਂ ਵਿੱਕੀ ਉਹਨਾਂ ਦੇ ਘਰ ਆ ਗਿਆ, ਪਰ ਹੁਣ ਇਹ ਘਰ ਕੋਠਾ ਬਣ ਚੁੱਕਾ ਸੀ। ਪਹਿਲਾਂ ਤਾਂ ਜੋ ਵਿਅਕਤੀ ਆਉਂਦਾ ਸੀ, ਤਾਰੋ ਉਸ ਤੋਂ ਦਲਾਲੀ ਲੈ ਕੇ ਕੁੜੀਆਂ ਬਾਹਰ ਭੇਜਦੀ ਸੀ, ਪਰ ਹੁਣ ਜ਼ਿਆਦਾ ਪੈਸੇ ਦੇ ਚੱਕਰ ਵਿੱਚ ਉਸਨੇ ਆਪਣੇ ਘਰ ਨੂੰ ਕੋਠਾ ਬਣਾ ਲਿਆ ਸੀ। ਸੁਨੇਹਾ ਨੂੰ ਜਦੋਂ ਤਿਆਰ ਹੋਣ ਲਈ ਕਿਹਾ ਗਿਆ ਤਾਂ ਉਸਨੇ ਬਹੁਤ ਵਿਰੋਧ ਕੀਤਾ ਸੀ, ਪਰ ਰਵੀ ਦੀ ਮਾਰ ਨਾ ਝੱਲਦੇ ਹੋਏ ਸੁਨੇਹਾ ਮੰਨ ਗਈ। ਉਸ ਦੀ 16 ਸਾਲ ਦੀ ਜਵਾਨੀ ਚੰਗੇ ਭਲੇ ਬੰਦੇ ਦਾ ਮਨ ਬਦਲ ਦੇਵੇ। ਵਿੱਕੀ ਨੇ ਜਦੋਂ ਉਸ ਨੂੰ ਫਿੱਟ ਕੱਪੜਿਆਂ ਵਿੱਚ ਵੇਖਿਆ ਤਾਂ ਹਵਸ਼ ਉਸ ਦੇ ਮੂੰਹ ਤੇ ਦਿਸਣ ਲੱਗ ਪਈ ਸੀ। ਕਮਰੇ ਵਿੱਚ ਪਹੁੰਚ ਕੇ ਸੁਨੇਹਾ ਨੇ ਹੱਥ ਜੋੜ ਕੇ ਵਿੱਕੀ ਨੂੰ ਕਿਹਾ, ਮੇਰੇ ਤੇ ਤਰਸ ਕਰੋ, ਇੰਨਾ ਵੱਡਾ ਜ਼ੁਲਮ ਮੇਰੇ ਨਾਲ ਨਾ ਕਰੋ, ਮੈਨੂੰ ਜਾਣ ਦਿਓ, ਮੈਂ ਇਹ ਸਭ ਨਹੀਂ ਕਰ ਸਕਦੀ ਹਾਂ। ਵਿੱਕੀ ਚੁੱਪ ਰਿਹਾ ਤੇ ਆਪਣੇ ਕੱਪੜੇ ਉਤਾਰਨ ਲੱਗਾ। ਉਸਨੇ ਇੱਕ ਥੱਪੜ ਮਾਰਦੇ ਹੋਏ ਨੇ ਸੁਨੇਹਾ ਨੂੰ ਬੈੱਡ ਤੇ ਸੁੱਟ ਲਿਆ ਤੇ ਇੱਕ ਝਟਕੇ ਨਾਲ ਉਸਦੇ ਕੱਪੜੇ ਉਤਾਰ ਦਿੱਤੇ ਸੀ। ਹੁਣ ਸੁਨੇਹਾ ਉਸਦੇ ਸਾਹਮਣੇ ਬਿਨਾਂ ਕੱਪੜਿਆਂ ਦੇ ਪਈ ਹੋਈ ਸੀ। ਵਿੱਕੀ ਨੇ ਬੜੀ ਬੁਰੀ ਤਰ੍ਹਾਂ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੁਨੇਹਾ ਦਰਦ ਨਾਲ ਤੜਫ ਰਹੀ ਸੀ, ਪਰ ਵਿੱਕੀ ਪੂਰੇ ਜੋਸ਼ ਨਾਲ ਉਸਦੀ ਚੜ੍ਹਦੀ ਜਵਾਨੀ ਨੂੰ ਲੁੱਟ ਰਿਹਾ ਸੀ। ਸਾਰੀ ਰਾਤ ਸੁਨੇਹਾ ਦੀਆਂ ਸਿਸਕੀਆਂ ਲੈਂਦੀ ਦੀ ਲੰਘ ਗਈ ਸੀ। ਸਵੇਰ ਹੁੰਦੇ ਹੀ ਵਿੱਕੀ ਚਲਾ ਗਿਆ, ਪਰ ਸੁਨੇਹਾ ਨੂੰ ਹਜੇ ਵੀ ਦਰਦ ਹੋ ਰਿਹਾ ਸੀ। ਤਾਰੋ ਨੇ ਰੋਜੀ ਨੂੰ ਸੁਨੇਹਾ ਦੇ ਕਮਰੇ ਵਿੱਚ ਭੇਜਿਆ
ਬੈੱਡ ਤੇ ਲੱਗੇ ਖੂਨ ਤੇ ਦਰਦ ਨਾਲ ਤੜਫਦੀ ਸੁਨੇਹਾ ਨੂੰ ਵੇਖ ਕੇ ਰੋਜੀ ਨੂੰ ਆਪਣਾ ਅਤੀਤ ਯਾਦ ਆ ਗਿਆ। ਰੋਜੀ ਨੇ ਝੱਟ ਸੁਨੇਹਾ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਰੋਣ ਲੱਗ ਪਈਆਂ ਸੀ। ਜਦੋਂ ਰੋਜੀ ਸੁਨੇਹਾ ਨੂੰ ਬਾਥਰੂਮ ਵਿੱਚ ਨਵਾਉਣ ਲਈ ਲੈ ਕੇ ਜਾ ਰਹੀ ਸੀ ਤਾਂ ਤਾਰੋ ਨੇ ਕਿਹਾ, ਨਵੀਂ ਹੈ, ਹੌਲੀ ਹੌਲੀ ਸਿੱਖ ਜਾਵੇਗੀ, ਰੋਣਾ ਧੋਣਾ ਹੁਣ ਬੰਦ ਕਰੋ। ਕੁਝ ਦਿਨ ਤਾਂ ਸੁਨੇਹਾ ਦੇ ਸਹੀ ਲੰਘੇ, ਪਰ ਬਾਅਦ ਵਿੱਚ ਉਹੀ ਕੰਮ ਦੁਬਾਰਾ ਚੱਲ ਪਿਆ ਸੀ। ਸਮਾਂ ਹੌਲੀ ਹੌਲੀ ਲੰਘਦਾ ਗਿਆ ਤੇ 2 ਸਾਲ ਬੀਤ ਚੁੱਕੇ ਸਨ। ਤਾਰੋ ਨੇ ਕਿਹਾ, ਸੁਨੇਹਾ ਚੱਲ ਤਿਆਰ ਹੋ ਜਾਵੋ। ਸੁਨੇਹਾ ਬੋਲੀ, ਅੱਜ ਨਹੀਂ ਤਾਰੋ, ਅੱਜ ਮੈਨੂੰ ਛੁੱਟੀ ਦੇ ਦਿਓ, ਬਹੁਤ ਸਿਰ ਦਰਦ ਹੋ ਰਿਹਾ ਹੈ। ਤਾਰੋ ਨੇ ਆਖਿਆ, ਤੈਨੂੰ ਕਿਹੜਾ ਕੰਮ ਕਰਨਾ ਪੈਣਾ, ਬਸ ਪਈ ਰਹਿਣਾ ਬੈੱਡ ਤੇ ਗਾਹਕ ਖੁਦ ਹੀ ਕੰਮ ਕਰਕੇ ਨਿਕਲ ਜਾਵੇਗਾ। ਚੱਲ ਹੁਣ ਤਿਆਰ ਹੋ ਜਾ। ਸੁਨੇਹਾ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ। ਤਾਰੋ ਦਰਵਾਜ਼ੇ ਤੇ ਖੜੀ ਹੋਈ ਸੀ। ਤਾਰੋ ਨੂੰ ਵੇਖਦੇ ਹੋਏ ਸੁਨੇਹਾ ਬੋਲੀ, ਕੁਛ ਤਾਂ ਸ਼ਰਮ ਲਿਹਾਜ਼ ਕਰ ਲਿਆ ਕਰੋ। ਬੋਲਣ ਤੋਂ ਪਹਿਲਾਂ ਤਾਰੋ ਨੇ ਕਿਹਾ, ਪਹਾੜ ਵਿੱਚ ਜਾਵੇ ਸ਼ਰਮ ਤੇ ਲਿਹਾਜ਼, ਇੰਨਾ ਵੱਡਾ ਕੋਠਾ ਐਵੇਂ ਨਹੀਂ ਬਣਾ ਲਿਆ। ਜੇ ਮੈਂ ਸ਼ਰਮ ਤੇ ਲਿਹਾਜ਼ ਕਰਦੀ ਤਾਂ ਹਜੇ ਵੀ ਪਈ ਰਹਿੰਦੀ ਕਿਸੇ ਸੜਕ ਦੇ ਕਿਨਾਰੇ। ਚੱਲ ਤਿਆਰ ਹੋ ਕੇ ਹੇਠਾਂ ਗਾਹਕ ਖੜਾ ਹੈ, ਨਾਲੇ ਹੁਣ ਮੈਨੂੰ ਕੋਈ ਬਹਾਨਾ ਨਹੀਂ ਚਾਹੀਦਾ। ਸੁਨੇਹਾ ਨੇ ਜ਼ੋਰ ਨਾਲ ਦਰਵਾਜ਼ਾ ਬੰਦ ਕੀਤਾ ਤੇ ਤਿਆਰ ਹੋਣ ਲੱਗ ਪਈ। ਉਸ ਦਾ ਸਿਰ ਦਰਦ ਨਾਲ ਫਟ ਰਿਹਾ ਸੀ, ਪਰ ਫਿਰ ਵੀ ਆਪਣੇ ਮੂੰਹ ਤੇ ਮੇਕਅਪ ਕਰਨ ਲੱਗੀ। ਉਸਨੇ ਲਾਲ ਕਲਰ ਦੀ ਸਾੜੀ ਪਹਿਨੀ, ਜਿਸ ਵਿੱਚ ਉਹ ਬਹੁਤ ਸੁੰਦਰ ਲੱਗ ਰਹੀ ਸੀ। ਹੁਣ ਸੁਨੇਹਾ ਪੂਰੀ ਤਰ੍ਹਾਂ ਧੰਦੇ ਵਿੱਚ ਪੈ ਚੁੱਕੀ ਸੀ ਤੇ ਤਾਰੋ ਨੇ ਕੋਠਾ ਵੱਡਾ ਕਰ ਲਿਆ ਸੀ। ਕਈ ਕੁੜੀਆਂ ਹੁਣ ਉਸਦੇ ਕੋਲ ਕੰਮ ਕਰਦੀਆਂ ਸਨ। ਸੁਨੇਹਾ ਨੂੰ ਪੌੜੀਆਂ ਉਤਰਦਿਆਂ ਦੇਖ ਕੇ ਉਸਦੇ ਨਾਲ ਦੀਆਂ ਕੁੜੀਆਂ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗ ਪਈਆਂ ਤੇ ਕਹਿੰਦੀਆਂ, ਲਓ ਆ ਗਈ ਮੈਡਮ ਜੀ, ਇਸ ਨੂੰ ਬਹੁਤ ਸੋਹਣਾ ਚਿਹਰਾ ਤੇ ਸਰੀਰ ਮਿਲਿਆ ਹੈ, ਪਰ ਜੇਕਰ ਇਸ ਦੀ ਕਿਸਮਤ ਵੀ ਇੰਨੀ ਚੰਗੀ ਹੁੰਦੀ ਤਾਂ ਸ਼ਾਇਦ ਇਸ ਦੀ ਲੀਲਾ ਕਿਤੇ ਹੋਰ ਚੱਲ ਰਹੀ ਹੁੰਦੀ। ਉਹ ਆਪਸ ਵਿੱਚ ਘੁਸਰ-ਮੁਸਰ ਕਰਦੀਆਂ ਹੋਈਆਂ ਹੱਸ ਪਈਆਂ। ਤਾਰੋ ਨੇ ਅੱਖਾਂ ਨਾਲ ਸੁਨੇਹਾ ਨੂੰ ਇਸ਼ਾਰਾ ਕੀਤਾ। ਜਦੋਂ ਸੁਨੇਹਾ ਨੇ ਉਸ ਦਿਸ਼ਾ ਵੱਲ ਦੇਖਿਆ ਤਾਂ ਉੱਥੇ ਇੱਕ 18-20 ਸਾਲ ਦਾ ਮੁੰਡਾ ਖੜਾ ਸੀ। ਸੁਨੇਹਾ ਨੇ ਉਸ ਵੱਲ ਦੇਖਦਿਆਂ ਕਿਹਾ, ਇਹ, ਪਰ ਤਾਰੋ ਨੇ ਸੁਨੇਹਾ ਵੱਲ ਧਿਆਨ ਨਾ ਦਿੰਦੇ ਹੋਏ ਮੁੰਡੇ ਨੂੰ ਕਿਹਾ, ਕਿਉਂ ਮੁੰਡਿਆ, ਤੈਨੂੰ ਸਾਡੇ ਕੋਠੇ ਦਾ ਗੁਲਾਬ ਪਸੰਦ ਆਇਆ? ਮੁੰਡਾ ਸੁਨੇਹਾ ਨੂੰ ਦੇਖ ਕੇ ਮਸਤ ਹੋ ਗਿਆ। ਉਹ ਮੁਸਕਰਾ ਵੀ ਰਿਹਾ ਸੀ ਤੇ ਆਪਣਾ ਹਾਸਾ ਵੀ ਰੋਕ ਰਿਹਾ ਸੀ। ਤਾਰੋ ਬੋਲੀ, ਇਸ ਨੂੰ ਕੋਠੇ ਦੀ ਇੱਕ ਵੀ ਕੁੜੀ ਪਸੰਦ ਨਹੀਂ ਸੀ ਤੇ ਵੇਖ ਇਹ ਹੁਣ ਤੈਨੂੰ ਦੇਖ ਕੇ ਕਿਵੇਂ ਮੁਸਕਰਾ ਰਿਹਾ ਹੈ। ਸੁਨੇਹਾ ਉਸ ਮੁੰਡੇ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸਦੇ ਮਨ ਵਿੱਚ ਵਿਚਾਰ ਉੱਠ ਰਹੇ ਸਨ ਕਿ ਠੀਕ ਹੈ, ਇਹ ਸੁੰਦਰ ਹੈ, ਪਰ ਇਸ ਦੀ ਉਮਰ, ਚੱਲ ਛੱਡ, ਤੈਨੂੰ ਕੀ ਲੈਣਾ ਦੇਣਾ ਇਸ ਨਾਲ। ਤਾਰੋ ਨੇ ਕਿਹਾ, ਓਏ ਮੁੰਡੇ, ਇਹਨੂੰ ਵੇਖਦਾ ਹੀ ਰਹੇਗਾ ਕਿ ਕੁਝ ਕਰਨ ਦਾ ਵੀ ਇਰਾਦਾ ਹੈ? ਚੱਲ ਆਪਣੀ ਜੇਬ ਢਿੱਲੀ ਕਰ ਤੇ ਇਸ ਨੂੰ ਕਮਰੇ ਵਿੱਚ ਲੈ ਜਾ। ਦੂਜੇ ਪਾਸੇ ਖੜੀ ਇੱਕ ਕੁੜੀ ਨੇ ਕਿਹਾ, ਮੈਨੂੰ ਨਹੀਂ ਲੱਗਦਾ ਇਹ ਕੁਝ ਵੀ ਕਰ ਸਕੇਗਾ। ਉਸਨੇ ਨਾਲ ਖੜੀਆਂ ਸਾਰੀਆਂ ਕੁੜੀਆਂ ਤੇ ਤਾਰੋ ਵੀ ਹੱਸ ਪਈ। ਇੱਕ ਹੋਰ ਕੁੜੀ ਨੇ ਕਿਹਾ, ਹਾਏ, ਪਹਿਲਾਂ ਆਪਣੇ ਦੁੱਧ ਦੇ ਦੰਦ ਤਾਂ ਡਿੱਗਣ ਦਿੰਦਾ, ਫਿਰ ਇੱਥੇ ਆਉਣਾ ਸੀ। ਇੱਕ ਵਾਰ ਫਿਰ ਸਾਰੇ ਹੱਸ ਪਏ। ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਮੁੰਡੇ ਨੇ ਪੈਸੇ ਤਾਰੋ ਨੂੰ ਦਿੱਤੇ ਤੇ ਸੁਨੇਹਾ ਨੇ ਮੁੰਡੇ ਨੂੰ ਇਸ਼ਾਰਾ ਕਰਕੇ ਕਮਰੇ ਵਿੱਚ ਚੱਲਣ ਲਈ ਕਿਹਾ। ਮੁੰਡਾ ਡਰਦੇ ਕਦਮਾਂ ਨਾਲ ਸੁਨੇਹਾ ਨਾਲ ਤੁਰ ਪਿਆ। ਸੁਨੇਹਾ ਨੇ ਉਸ ਦਾ ਹੱਥ ਫੜਿਆ ਤਾਂ ਉਸ ਦਾ ਹੱਥ ਕੰਬਣ ਲੱਗਾ। ਜਦੋਂ ਸੁਨੇਹਾ ਨੇ ਉਸ ਵੱਲ ਦੇਖਿਆ ਤਾਂ ਮੁੰਡੇ ਨੇ ਡਰੀ ਹੋਈ ਆਵਾਜ਼ ਵਿੱਚ ਕਿਹਾ, ਮੇਰਾ ਪਹਿਲੀ ਵਾਰ ਹੈ। ਸੁਨੇਹਾ ਨੇ ਉਸ ਨੂੰ ਅੱਖ ਮਾਰੀ ਤੇ ਕਿਹਾ, ਡਰੋ ਨਾ, ਮੈਂ ਹੈਗੀ ਹਾਂ। ਜਦੋਂ ਉਹ ਦੋਵੇਂ ਪੌੜੀਆਂ ਚੜ੍ਹ ਕੇ ਉੱਪਰ ਜਾਣ ਲੱਗੇ ਤਾਂ ਇੱਕ ਕੁੜੀ ਨੇ ਕਿਹਾ, ਸੁਨੇਹਾ, ਇਸ ਨੂੰ ਆਪਣੇ ਜਾਲ ਵਿੱਚ ਨਾ ਫਸਾ ਲੈਣਾ। ਸੁਨੇਹਾ ਤੇ ਮੁੰਡਾ ਕਮਰੇ ਵਿੱਚ ਸਨ। ਜਦੋਂ ਸੁਨੇਹਾ ਨੇ ਦਰਵਾਜ਼ਾ ਬੰਦ ਕੀਤਾ ਤਾਂ ਲੜਕੇ ਦੇ ਚਿਹਰੇ ਤੇ ਇੱਕੋ ਵਾਰ ਬਹੁਤ ਸਾਰੀਆਂ ਭਾਵਨਾਵਾਂ ਪ੍ਰਗਟ ਹੋ ਗਈਆਂ। ਸੁਨੇਹਾ ਨੇ ਕਿਹਾ, ਤੇਰਾ ਪਹਿਲੀ ਵਾਰ ਹੈ, ਤੂੰ ਸਿੱਖ ਜਾਵੇਂਗਾ। ਉਹ ਮੁੰਡਾ ਅਜੇ ਵੀ ਚੁੱਪਚਾਪ ਸੁਨੇਹਾ ਵੱਲ ਦੇਖ ਰਿਹਾ ਸੀ। ਸੁਨੇਹਾ ਨੇ ਅੱਖਾਂ ਮਾਰ ਕੇ ਕਿਹਾ, ਕੀ ਦੇਖ ਰਿਹਾ ਹੈ? ਅੱਜ ਤੱਕ ਕੋਈ ਕੁੜੀ ਨਹੀਂ ਮਿਲੀ? ਮੁੰਡੇ ਨੇ ਸ਼ਰਮ ਨਾਲ ਨਾਂਹ ਵਿੱਚ ਸਿਰ ਹਿਲਾ ਦਿੱਤਾ। ਸੁਨੇਹਾ ਨੇ ਆਪਣੇ ਵਾਲ ਖੋਲ੍ਹ ਦਿੱਤੇ। ਮੁੰਡਾ ਚਕੋਰ ਵਾਂਗ ਉਸ ਨੂੰ ਦੇਖਣ ਲੱਗਾ। ਸੁਨੇਹਾ, ਓਏ ਕੀ ਦੇਖ ਰਿਹਾ ਹੈ? ਕੱਪੜੇ ਉਤਾਰ। ਮੁੰਡਾ, ਨਹੀਂ, ਮੈਂ ਬਸ। ਸੁਨੇਹਾ ਨੇ ਉਸਦੇ ਕੱਪੜੇ ਉਤਾਰ ਦਿੱਤੇ ਤੇ ਉਸਦੇ ਉੱਤੇ ਆ ਗਈ ਤੇ ਸੋਚਣ ਲੱਗੀ, ਮੈਂ ਵੀ ਪਹਿਲੀ ਵਾਰ ਬਹੁਤ ਡਰਦੀ ਸੀ ਤੇ ਹੁਣ ਇਸ ਨੂੰ ਮੈਂ ਆਪਣੀ ਜ਼ਿੰਦਗੀ ਮੰਨ ਲਿਆ ਹੈ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।